Hello everyone. In this video we'll talk about another class of medicines that is antimicrobials. Antimicrobials तो मतलब है ਜਿਹੜੀਆਂ medicines ਮਾਈਕਰੋਬਸ ਜਿਵੇਂ ਕਿ ਬੈਕਟੀਰੀਆ ਹੋ ਗਿਆ, ਵਾਇਰਸ ਹੋ ਗਿਆ, ਫੰਜਾਈ ਹੋ ਗਿਆ ਜਾਂ ਅਦਰ ਪੈਥੋਜਨਸ ਹੈ ਉਹਨਾਂ ਦੇ ਅਗੇਂਸਟ ਵਰਕ ਕਰਦਾ ਹੈ। ठीक है, आ जेडे बैक्टीरिया है, वायरस है, फंजाई है, पैथोजन्स है, दे कॉज अ नंबर ऑफ डिजीज़ इन ह्यूमन बींग्स एंड एनिमल्स. फॉर एग्जाम्पल, द परफेक्ट एग्जाम्पल इज़ कोरोना वायरस. सो दैट्स अ वायरस दैट इज़ कॉजिंग डिजीज़ इन द ह्यूमन बींग्स. सो वो सारिया मेडिसिन्स विच वर्क अगेंस्ट बैक्टीरिया, वायरस, फंजाई या अदर पैथोजन्स हो गए, उन्होंने कहते हैं एंटी माइक्रोबियल्स. ठीक है जी। ਹੁਣ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਇਹ ਜਿਹੜੇ ਪੈਥੋਜਨਸ ਹੈ ਇਹ ਆਪਣੇ ਬੋਡੀ ਦੇ ਵਿੱਚ ਆਉਂਦੇ ਹੈ, ਦੇ ਰੀਚ ਦ ਟਿਸ਼ੂਜ਼, ਉਹ ਇਨਫੈਕਸ਼ਨ ਕਾਜ਼ ਕਰਦੇ ਹੈ। ਅਤੇ ਜੇਕਰ ਆਪਣਾ ਨੈਚੁਰਲ ਜਿਹੜਾ ਡਿਫੈਂਸ, ਦੇਖੋ ਆਪਣੀ ਬੋਡੀ ਦੇ ਵਿੱਚ ਇੱਕ ਨੈਚੁਰਲ ਡਿਫੈਂਸ ਮਕੈਨਿਜ਼ਮ ਹੈ। ਆਪਣੀ ਬੋਡੀ ਜਦੋਂ ਵੀ ਕੋਈ ਮਾਈਕਰੋਬ ਆਪਣੀ ਬੋਡੀ ਦੇ ਵਿੱਚ ਆਉਂਦਾ ਹੈ ਉਹ ਉਹਦੇ ਵਾਸਤੇ ਫੋਰਨ ਬੋਡੀ ਹੈ, ਤਾਂ ਆਪਣੀ ਜਿਹੜੀ ਬੋਡੀ ਹੈ ਉਹ ਐਂਟੀਬੋਡੀਜ਼ ਪ੍ਰੋਡਿਊਸ ਕਰਦੀ ਹੈ। ਜਿਹੜਾ ਆਪਣਾ ਇਮਿਊਨ ਸਿਸਟਮ ਹੈ ਉਹ ਐਂਟੀਬੋਡੀਜ਼ ਪ੍ਰੋਡਿਊਸ ਕਰਦਾ ਹੈ ਅਤੇ ਉਹ ਜਿਹੜਾ ਪੈਥੋਜਨ ਹੈ ਜਾਂ ਮਾਈਕਰੋਬ ਹੈ ਉਸ ਨੂੰ ਕਿਲ ਕਰ ਦਿੰਦਾ ਹੈ। ਬਟ ਜੇ ਆਪਣਾ ਨੈਚੁਰਲ ਡਿਫੈਂਸ ਮਕੈਨਿਜ਼ਮ ਖਤਮ ਹੋ ਜਾਏ, ਇਟ ਬ੍ਰੇਕਸ ਡਾਊਨ, ਤਾਂ ਫਿਰ ਕੀ ਹੁੰਦਾ ਹੈ ਕਿ ਉਹ ਜਿਹੜੇ ਪੈਥੋਜਨ ਹੈ ਦੇ ਰੀਚ ਟਿਸ਼ੂਜ਼ ਐਂਡ ਕੌਜ਼ ਇਨਫੈਕਸ਼ਨ। यानी कि इन्फेक्शन उदों होंदी है कि जदों अपना नैचुरल डिफेंस मकैनिज़म नहीं काम कर पाता। हुण जिवें करोना वायरस है, वो जेकर कोई मतलब ये एक ऐसा वायरस है, जेकर किसी हैल्दी परसन के अंदर ये वायरस जाता है तो जे उहदा इम्यून सिस्टम बहुत स्ट्रोंग है, इफ द इम्यून सिस्टम इज़ इनफ स्ट्रोंगर कि जिहड़ा उहदा नैचुरल डिफेंस मकैनिज़म है अंदर ਕੰਮ ਕਰ ਰਿਹਾ ਹੈ, ਤਾਂ ਉਹ ਵਾਇਰਸ ਨੂੰ ਬੋਡੀ ਦੇ ਵਿੱਚ ਹੀ ਕਿਲ ਕਰ ਦੂਗਾ ਅਤੇ ਇਨਫੈਕਸ਼ਨ ਨਹੀਂ ਹੋਊਗੀ। ਇਨਫੈਕਸ਼ਨ ਕਦੋਂ ਹੁੰਦੀ ਹੈ? ਜਦੋਂ ਆਪਣਾ ਇਮਿਊਨ ਸਿਸਟਮ ਇੰਨਾ ਸਟਰੋਂਗ ਨਹੀਂ ਹੁੰਦਾ, ਆਪਣਾ ਜਿਹੜਾ ਨੈਚੁਰਲ ਡਿਫੈਂਸ ਮਕੈਨਿਜ਼ਮ ਹੈ ਉਹ ਇੰਨਾ ਕੰਮ ਨਹੀਂ ਕਰ ਪਾਉਂਦਾ, ਉਦੋਂ ਡਿਜ਼ੀਜ਼ ਕੌਜ਼ ਹੁੰਦੀ ਹੈ। ਤਾਂ ਫਿਰ ਕੀ ਹੁੰਦਾ ਹੈ? ਤਾਂ ਫਿਰ ਆਪਾਂ ਫਰੋਮ ਦੀ ਆਊਟਸਾਈਡ ਸੋਰਸ ਆਪਾਂ ਮੈਡੀਸਿਨਸ ਲੈਂਦੇ ਹਾਂ ਸੋ ਦੈਟ ਜਿਹੜਾ ਆਪਣੇ ਅੰਦਰ ਜਿਹੜੀ ਇਨਫੈਕਸ਼ਨ ਹੋ ਗਈ ਹੈ ਉਹਨੂੰ ਠੀਕ ਹੋ ਸਕੇ। सो दीज माइक्रोबियल डिजीज़ कैन बी कंट्रोल्ड इन 3 वेज़। एक किहड़ियां ने? ਜਾਂ ਤਾਂ ਆਪਾਂ ਡਰੱਗ ਲੈ ਲਈਏ, ਉਹ ਡਰੱਗ ਦੋ ਤਰ੍ਹਾਂ ਦੇ ਹੈ। ਇੱਕ ਤਾਂ ਉਹ ਮਾਈਕਰੋ ਆਰਗੈਨਿਜ਼ਮਸ ਨੂੰ ਕਿਲ ਹੀ ਕਰ ਦਿੰਦੇ, ਖਤਮ ਹੀ ਕਰ ਦਿੰਦਾ ਹੈ, ਦੈਟ ਇਜ਼ ਕੋਲਡ ਐਜ਼ ਬੈਕਟੀਰੀਸਾਈਡਲ। ਸਾਈਡਲ ਦਾ ਮਤਲਬ ਹੁੰਦਾ ਮਾਰਨਾ, ਖਤਮ ਕਰ ਦਿੰਦਾ ਹੈ। ਫੋਰ ਐਗਜ਼ਾਮਪਲ ਇਹਦੇ ਵਿੱਚ ਮੈਡੀਸਿਨਸ ਕਿਹੜੀ ਆਉਂਦੀ? ਜਿਵੇਂ ਪੈਨਸਿਲਿਨ ਹੋ ਗਈ, ਮਾਈਨੋਗਲਾਈਕੋਸਾਈਡਸ ਹੋ ਗਏ, ਅਫਲੋਕਸਾਸਿਨ ਹੋ ਗਈ, ਰਾਈਟ। ਇਹ ਸਾਰੀਆਂ ਬੈਕਟੀਰੀਸਾਈਡਲ ਹੈ, ਜਦ ਕਿ ਜਦੋਂ ਆਪਾਂ ਇਹਨਾਂ ਨੂੰ ਖਾਂਦੇ ਹਾਂ ਤਾਂ ਇਹ ਜਿਹੜੇ ਅੰਦਰ ਜਿਹੜੇ ਮਾਈਕਰੋਬਸ ਹੈ ਉਹਨਾਂ ਨੂੰ ਕਿਲ ਕਰਦੀ ਹੈ। ਨੈਕਸਟ ਹੈਗੇ ਹੈ ਜੇ ਡਰੱਗ ਵਿਚ ਇਨਹਿਬਿਟਸ ਦੀ ਗਰੋਥ ਆਫ ਮਕੈਨਿਜ਼ਮ, ਯਾਨੀ ਕਿ ਉਹ ਕਿਲ ਨਹੀਂ ਕਰਦੇ, ਬਸ ਅੱਗੇ ਹੋਰ ਨਹੀਂ ਵਧਣ ਦਿੰਦੇ, ਰੈਪਲੀਕੇਟ ਨਹੀਂ ਹੋਣ ਦਿੰਦਾ, ਦੈਟ ਇਜ਼ ਬੈਕਟੀਰੀਓਸਟੈਟਿਕ, ਰੋਕ ਦਿੰਦਾ ਹੈ। ਫੋਰ ਐਗਜ਼ਾਮਪਲ ਐਰੀਥਰੋਮਾਈਸਿਨ, ਟੈਟਰਾਸਾਈਕਲਿਨ ਐਂਡ ਕਲੋਰਮਫੈਨੀਕੋਲ, ਰਾਈਟ। ਇਹ ਸਾਰੇ ਬੈਕਟੀਰੀਓਸਟੈਟਿਕ ਹੈ। ਤੀਸਰਾ ਤਰੀਕਾ ਕੀ ਹੈ? ਇਨਕਰੀਜ਼ਿੰਗ ਇਮਿਊਨਿਟੀ ਐਂਡ ਰੈਜ਼ਿਸਟੈਂਸ ਟੂ ਇਨਫੈਕਸ਼ਨ। ਆਪਣੀ ਬੋਡੀ ਦੇ ਵਿੱਚ ਹੀ ਇਮਿਊਨਿਟੀ ਨੂੰ ਇਨਕਰੀਜ਼ ਕਰ ਲਓ ਅਤੇ ਵਿਚ ਇਜ਼ ਰੈਜ਼ਿਸਟੈਂਸ ਟੂ ਇਨਫੈਕਸ਼ਨ, ਰਾਈਟ। ਸੋ ਦ ਡਰੱਗਸ ਔਰ ਦ ਕੈਮੀਕਲਸ used to cure the infections due to microorganisms, they are called as antimicrobials। ठीक है जी। ਹੁਣ ਜਿਹੜੇ ਹੁਣ ਮਾਈਕਰੋਬੀਅਲ ਹੈ, ਐਂਡ ਐਂਟੀਮਾਈਕਰੋਬੀਅਲ ਟੈਂਡ ਟੂ ਡਿਸਟਰੋਏ ਔਰ prevent the development or inhibit the pathogenic action of microbes, such as ਜੇ ਆਪਾਂ ਬੈਕਟੀਰੀਆ ਨੂੰ ਮਾਰਨਾ ਹੈ ਤਾਂ ਐਂਟੀਬੈਕਟੀਰੀਅਲ ਡਰੱਗਸ ਚਾਹੀਦੇ ਹੈ, ਜੇ ਅਸੀਂ ਫੰਜਾਈ ਨੂੰ ਮਾਰਨਾ ਹੈ ਤਾਂ ਐਂਟੀ ਫੰਗਲ ਡਰੱਗਸ ਚਾਹੀਦੇ ਹੈ, ਜੇ ਵਾਇਰਸ ਨੂੰ ਮਾਰਨਾ ਹੈ ਤਾਂ ਐਂਟੀਵਾਇਰਲ ਏਜੰਟਸ ਚਾਹੀਦੇ ਹੈ, ਜੇ ਆਪਾਂ ਪੈਰਾਸਾਈਟਸ ਨੂੰ ਮਾਰਨਾ ਹੈ ਜਿਵੇਂ ਕਿ ਪੇਟ ਦੇ ਵਿੱਚ ਕੀੜੇ ਹੁੰਦੇ ਹੈ, ਦੈਟ ਇਜ਼ ਦੇ ਆਰ ਦ ਪੈਰਾਸਾਈਟਸ, ਅਤੇ ਆਪਾਂ ਨੂੰ ਕਿਹੜੀਆਂ ਮੈਡੀਸਿਨ ਚਾਹੀਦੀਆਂ? ਐਂਟੀ ਪੈਰਾਸਿਟਿਕ ਡਰੱਗਸ ਆਰ ਰਿਕੁਆਇਰਡ ਰਿਸਪੈਕਟਿਵਲੀ। ਠੀਕ ਹੈ। ਹੁਣ ਆਪਾਂ ਡਿਟੇਲ ਦੇ ਵਿੱਚ ਕੀ ਕਰਨੇ ਆ? ਐਂਟੀਬਾਇਓਟਿਕਸ, ਐਂਟੀਸੈਪਟਿਕਸ ਐਂਡ ਡਿਸਇਨਫੈਕਟੈਂਟਸ ਆਰ ਆਲਸੋ ਦੀ ਐਂਟੀਮਾਈਕਰੋਬੀਅਲ ਡਰੱਗਸ। ਸੋ ਵਿਲ ਟਾਕ ਅਬਾਊਟ ਐਂਟੀਬਾਇਓਟਿਕਸ ਫਸਟ, ਰਾਈਟ, ਇਨ डिटेल। एंटीबायोटिक एक ऐसा केमिकल सबसटांस है, देखो एंटीबायोटिक दो सिचुएशनस है। एक हैगा कि अपनी बॉडी दे विच माइक्रोब चला गया ਜਿਹੜਾ कि ਆਪਾਂ ਨੂੰ डिजीज़ कॉज कर रहा है,
ਉਹਦੇ ਖਿਲਾਫ ਆਪਾਂ ਇੱਕ ਹੋਰ ਕੈਮੀਕਲ ਸਬਸਟੈਂਸ ਬੋਡੀ ਨੂੰ ਦੇ ਰਹੇ ਹਾਂ ਜੋ ਵੀ ਕੀ ਪ੍ਰੋਡਿਊਸ ਕੀਤਾ ਜਾਂਦਾ ਹੈ ਕਿਹਦੇ ਤੋਂ, ਮਾਈਕਰੋ ਆਰਗੈਨਿਜ਼ਮ ਤੋਂ, ਕਿਸੇ ਹੋਰ ਤੋਂ, such as mold and bacteria, and are capable of destroying the other microorganisms. They are called antibiotics. ਮੇਰੀ ਗੱਲ ਸਮਝ ਆਈ, ਯਾਨੀ ਕਿ ਆਪਾਂ ਨੂੰ ਡਿਜ਼ੀਜ਼ ਕਿਸੇ ਹੋਰ ਮਾਈਕਰੋਬ ਨੇ ਕਾਜ਼ ਕੀਤੀ ਤੇ ਜਿਹੜੇ ਆਪਾਂ ਦਵਾਈ ਲੈ ਰਹੇ ਹਾਂ, ਐਂਟੀਬਾਇਓਟਿਕ ਲੈ ਰਹੇ ਹਾਂ, ਉਹ ਕਿਸੇ ਹੋਰ ਆਰਗੈਨਿਜ਼ਮ ਤੋਂ ਲੈ ਰਹੇ ਹਾਂ. So the chemical substances which are produced by microorganisms such as mold and bacteria and are capable of destroying other organisms causing infection, they are called the antibiotics. There are mainly of the three sources ਜਿੱਥੋਂ ਜਿੱਥੋਂ ਆਪਾਂ obtain ਕਰ ਸਕਦੇ ਹਾਂ. ਇੱਕ ਤਾਂ ਬੈਕਟੀਰੀਆ, ਫੰਜਾਈ ਜਾਂ ਐਕਟੀਨੋਮਾਈਸਾਈਟਸ. ਠੀਕ ਹੈ, ਇਹ ਤਿੰਨ ਨੇ ਜਿਨ੍ਹਾਂ ਤੋਂ ਆਪਾਂ ਐਂਟੀਬਾਇਓਟਿਕ ਪ੍ਰੋਡਿਊਸ ਕਰ ਸਕਦੇ ਹਾਂ. ਬਟ ਹੁਣ ਨਵਾਂ ਤਰੀਕਾ ਕੀ ਹੈ, ਕਿਸ ਨਵੇਂ ਤਰੀਕੇ ਦੇ ਨਾਲ ਆਪਾਂ ਪ੍ਰਪੇਅਰ ਕੀਤੇ ਹੈ ਐਂਟੀਬਾਇਓਟਿਕਸ. ਮਾਡਰਨ ਡੈਫੀਨੇਸ਼ਨ ਕੀ ਹੈ ਕਿ ਐਂਟੀਬਾਇਓਟਿਕ ਇੱਕ ਐਸਾ ਸਬਸਟੈਂਸ ਹੈ ਜਿਹੜਾ ਕਿ completely or partly by chemical synthesis which in low concentration inhibits the growth or destroys the microorganism by intervening in their metabolic process. ठीक है जी, ਜਾਂ ਤਾਂ completely ਮਤਲਬ ਪ੍ਰੋਡਿਊਸਡ ਹੋਲੀ ਜਾਂ ਤਾਂ ਕੰਪਲੀਟਲੀ ਨੈਚੁਰਲ ਹੈ ਅਤੇ ਜਾਂ ਉਹਦੇ ਵਿੱਚ ਥੋੜ੍ਹੀਆਂ ਮੋਡੀਫਿਕੇਸ਼ਨਸ ਕਰਕੇ ਆਪਾਂ ਲੋ ਕੰਸਨਟ੍ਰੇਸ਼ਨ ਦੇ ਵਿੱਚ ਉਹ ਬੋਡੀ ਵਿੱਚ ਲੈਂਦੇ ਹਾਂ ਤਾਂ ਕਿ ਉਹ ਜਿਹੜਾ ਐਂਟੀਬਾਇਓਟਿਕ ਹੈ ਉਹ ਜਿਹੜਾ ਮਾਈਕਰੋ ਆਰਗੈਨਿਜ਼ਮ ਡਿਜ਼ੀਜ਼ ਕਾਜ਼ ਕਰ ਰਿਹਾ ਉਸ ਦੀ ਗਰੋਥ ਨੂੰ ਇਨਹਿਬਿਟ ਕਰ ਸਕੇ ਜਾਂ ਉਸ ਨੂੰ ਕੰਪਲੀਟਲੀ ਡਿਸਟਰੋਏ ਕਰ ਦੇਵੇ ਬਾਈ ਇੰਟਰਵੈਨਿੰਗ ਇਨ ਦੇਅਰ ਮੈਟਾਬੋਲਿਕ ਪ੍ਰੋਸੈਸ. ਠੀਕ ਹੈ ਜੀ, ਯਾਨੀ ਕਿ ਇਹਦਾ ਮਤਲਬ ਕੀ ਹੋਇਆ, ਸੈਟਿੰਗ ਵਨ ਥੀਫ ਅਗੇਂਸਟ ਅਨਦਰ. ਯਾਨੀ ਕਿ ਇੱਕ ਮਾਈਕਰੋ ਆਰਗੈਨਿਜ਼ਮ ਆਪਾਂ ਨੂੰ ਡਿਜ਼ੀਜ਼ ਕਾਜ਼ ਕਰ ਰਿਹਾ, ਉਹਨੂੰ ਮਾਰਨ ਵਾਸਤੇ ਕੋਈ ਹੋਰ ਮਾਈਕਰੋ ਆਰਗੈਨਿਜ਼ਮ ਆਪਾਂ ਯੂਜ਼ ਕਰ ਰਹੇ ਹਾਂ ਫॉर ਦੀ ਪ੍ਰੋਡਕਸ਼ਨ ਆਫ ਐਂਟੀਬਾਇਓਟਿਕਸ. ਸੈਟਿੰਗ ਵਨ ਥੀਫ ਅਗੇਂਸਟ ਦੀ ਅਨਦਰ. ਹੁਣ ਆਪਾਂ ਥੋੜ੍ਹਾ ਜਿਹਾ ਵੀ ਟਾਕ ਅਬਾਊਟ ਹਿਸਟਰੀ ਆਫ ਦੀ ਐਂਟੀਬਾਇਓਟਿਕ, ਯਾਨੀ ਕਿ ਪਹਿਲਾ ਐਂਟੀਬਾਇਓਟਿਕ ਕਿਵੇਂ ਬਣਿਆ. The first antibiotic was discovered by Alexander Fleming in 1929 from the mold Penicillium notatum. ਜਿਹੜਾ ਆਪਾਂ ਨੂੰ ਸਭ ਤੋਂ ਪਹਿਲਾਂ ਐਂਟੀਬਾਇਓਟਿਕ ਕਿਹੜਾ ਮਿਲਿਆ, ਪੈਨਸਿਲਿਨ. ਪੈਨਸਿਲਿਨ ਕਿਹਦੇ ਵਾਸਤੇ ਕੰਮ ਆਉਂਦਾ, ਪੈਨਸਿਲਿਨ ਇਜ਼ ਐਨ ਇਫੈਕਟਿਵ ਡਰਗ ਫॉर ਨਿਊਮੋਨੀਆ, ਬ੍ਰੋਂਕਾਈਟਸ, ਸੋਰ ਥਰੋਟ ਐਟਸੈਟਰਾ. ਠੀਕ ਹੈ ਜੀ, ਉਸ ਤੋਂ ਬਾਅਦ ਜਿਹੜਾ ਇੱਕ ਅਨਦਰ ਸਾਇੰਟਿਸਟ ਸੀਗਾ ਪੌਲ ਐਲਰਿਚ, ਡੈਵਲਪਡ ਦੀ ਮੈਡੀਸਿਨ ਆਰਸਫੀਨਾਮਾਈਨ known as ਸੈਲਵਰੈਸਨ. ਆਰਸੈਨਿਕ ਤੋਂ ਪ੍ਰੋਡਿਊਸ ਕੀਤਾ ਹੋਇਆ ਆਰਸਫੀਨਾਮਾਈਨ, ਰਾਈਟ. ਉਸਦਾ ਮੈਡੀਸਿਨ ਦਾ ਨੇਮ ਕੀ ਹੈ, ਸੈਲਵੈਸਰਨ. ਸੈਲਵਾਰਸਨ ਵਾਜ਼ ਦੀ ਫਸਟ ਇਫੈਕਟਿਵ ਟਰੀਟਮੈਂਟ ਡਿਸਕਵਰਡ ਫॉर ਸਿਫਾਈਲਸ. ਸਿਫਾਈਲਸ ਇੱਕ ਡਿਜ਼ੀਜ਼ ਹੈ ਜਿਹਦੇ ਵਾਸਤੇ ਆਪਣੇ ਕੋਲ ਕਿਹੜਾ ਐਂਟੀਬਾਇਓਟਿਕ ਹੈ, ਸੈਲਵੈਰਸਨ. Salvarsan, its effect on the bacteria spirochete which causes syphilis is much greater than on the human beings. यानी कि ਜਿਹੜੀ ਸਿਫਾਈਲਸ ਹੈ ਉਹ ਉਸਨੂੰ ਕਿਉਰ ਕਰਨ ਵਾਸਤੇ ਆਪਣੇ ਕੋਲ ਕਿਹੜਾ ਐਂਟੀਬਾਇਓਟਿਕ ਹੈ, ਸੈਲਵਾਰਸਨ, ਰਾਈਟ. ਹੁਣ ਸੈਲਵਾਰਸਨ ਅਤੇ ਐਜ਼ੋਡਾਈਜ਼ ਦੇ ਵਿੱਚ ਇੱਕ ਉਹ ਹੈ ਲਿੰਕ ਹੈ. ਸੈਲਵਾਰਸਨ ਦੇ ਵਿੱਚ ਲਿੰਕੇਜ ਹੈਗਾ ਆਰਸੈਨਿਕ ਡਬਲ ਬੌਂਡ, ਆਰਸੈਨਿਕ ਦਾ ਲਿੰਕੇਜ, ਵੇਅਰ ਐਜ਼ ਉਹ ਰਿਜ਼ੈਂਬਲ ਕਰਦਾ ਐਜ਼ੋਡਾਈਜ਼ ਨੂੰ. ਐਜ਼ੋਡਾਈਜ਼ ਦੇ ਵਿੱਚ ਕਿਹੜਾ ਲਿੰਕ ਹੈ, ਐਨ ਡਬਲ ਬੌਂਡ ਐਨ. ਹੁਣ ਸਮਝੋ ਇਸ ਗੱਲ ਨੂੰ, ਇਹਦੀ ਬਟ ਡਿਸਕਵਰੀ ਬਾਰੇ ਹੈ. ਜਿਹੜਾ ਐਲਰਿਚ ਸੀਗਾ ਨਾ, ਹੀ ਵਾਜ਼ ਡਿਸਕਵਰਿੰਗ ਐਜ਼ੋਡਾਈਜ਼ ਆਲਸੋ ਐਂਡ ਇਹ ਜਿਹੜਾ ਆਰਸਫੀਨਾਮਾਈਨ ਵੀ ਉਹਦੇ ਉੱਤੇ ਦੋਵਾਂ ਉੱਤੇ ਕੰਮ ਕਰ ਰਿਹਾ ਸੀਗਾ ਅਤੇ ਉਸ ਨੂੰ ਪਤਾ ਲੱਗਿਆ ਕਿ ਇਹਨਾਂ ਦੇ ਦੋਵਾਂ ਦੇ ਵਿੱਚ ਕੋਈ ਲਿੰਕ ਹੈ. ਐਜ਼ੋਡਾਈ ਦੇ ਵਿੱਚ ਹੈਗਾ ਐਨ ਡਬਲ ਬੌਂਡ ਐਨ ਦਾ ਲਿੰਕ, ਅਤੇ ਸੈਲਵਾਰਸਨ ਜਿਹੜਾ ਕਿ ਆਰਸਫੀਨਾਮਾਈਨ ਹੈ ਉਹਦੇ ਵਿੱਚ ਲਿੰਕ ਹੈਗਾ ਆਰਸੈਨਿਕ ਡਬਲ ਬੌਂਡ ਆਰਸੈਨਿਕ, ਇੱਕ ਗਰੁੱਪ ਦੇ ਬਿਲੋਂਗ ਕਰਦੇ ਆ. ਇਸ ਦੇ ਵਿਦ ਰਿਸਪੈਕਟ ਉਸਨੇ ਸੈਲਵਾਰਸਨ ਬਣਾਈ, ਡਿਸਕਵਰ ਕੀਤੀ, ਜਿਹੜੀ ਕਿ ਸਿਫਾਈਲਸ ਡਿਜ਼ੀਜ਼ ਨੂੰ ਕਿਉਰ ਕਰ ਸਕਦੀ ਹੈ. The first effective antibacterial agent, Prontosil, was prepared, which resembles in structure to the compound Salvarsan. Salvarsan थोड़ी जी harmful सीगी to the human beings, so then antibacterial agent Prontosil was prepared, which resembles the structure to the compound. ठीक है जी. In the body ਹੁਣ ਹੁੰਦਾ ਕੀ ਹੈ,
In the body, prontosol is converted into a compound sulfanylamide, which is real active compound. देखो prontosol एक एंटीबैक्टीरियल है ਜਿਹੜੀ ਕਿ ਬੈਕਟੀਰੀਆ ਤੋਂ ਪ੍ਰੋਡਿਊਸ ਕੀਤੀ ਗਈ ਹੈ, ਬੈਕਟੀਰੀਆ ਨੂੰ ਹੀ ਮਾਰਦੀ ਹੈ ਤੇ ਇਹ ਕਹਿ ਲਓ ਕਿ ਪ੍ਰੋਡਿਊਸ ਕੀਤੀ ਗਈ ਹੈ ਨੈਚੁਰਲੀ। ਬਟ ਬੋਡੀ ਦੇ ਵਿੱਚ ਜਾ ਕੇ ਉਹ ਕਿਹਦੇ ਵਿੱਚ ਕਨਵਰਟ ਹੋ ਰਹੀ ਹੈ, ਸਲਫਾਨਿਲਾਮਾਈਡ, ਜਿਹੜਾ ਕਿ ਰੀਅਲ ਐਕਟਿਵ ਕੰਪਾਊਂਡ ਹੈ ਜਿਹਦੇ ਕਰਕੇ ਡਿਜ਼ੀਜ਼ ਮਰਦੇ ਹੈ। द सल्फा ड्रग्स वर एंटीबायोटिक तो ही सानू की पता लगे सल्फा ड्रग्स। सो एंटीबायोटिक ते सल्फा ड्रग्स दोवें डिफरेंट चीज़ है। एंटीबायोटिक तो सानू पता लगे कि सल्फा ड्रग्स भी काम करते हैं। हुण देखो a large range of sulfonamide analogues was synthesized, most of the effective was sulfapiridine। देखो आ सलवारसन है, ये लिंक किहड़ा आर्सैनिक ते आर्सैनिक का लिंकेज सिमिलर टू एजोडाई जिहदे विच लिंक किहदा एन डबल बॉन्ड एन। जदों आपां ते आ प्रोंटोसिल है, ये भी एन डबल बॉन्ड एन का लिंकेज है। जदों ये बॉडी दे विच गया ये डिसोसीएट टू गिव दिस कंपाउंड सल्फानिलामाइड, तो ये तो असी की प्रोड्यूस कर ले सल्फा ड्रग्स, ते जिन्हां विचों एक एग्जाम्पल किहड़ा है सल्फापिरिडी। तो सल्फा ड्रग्स दे सिमिलर टू दी एंटीबायोटिक्स बट नॉट एक्चुअली एंटीबायोटिक्स, दोवें डिफरेंट चीज़ां हैं। ठीक है जी। फिर एंटीबायोटिक्स नूं आपां ब्रॉडली क्लासीफाई किया तीन विच। सब तो पहला हैगा ब्रॉड स्पैक्ट्रम एंटीबायोटिक। ब्रॉड स्पैक्ट्रम का मतलब है जिहड़ा काफ़ी रेंज ऑफ माइक्रो ऑर्गेनिजम्स नूं किल कर सकता है। The total range of microorganisms which can be killed by a particular antibiotic is called as ਉਹਦਾ spectrum, ਉਹਦੀ range कितनी है। ਉਹ antibiotics which are effective against several types of gram positive ਤੇ gram negative bacteria and are capable of curing several infections are called as broad spectrum antibiotics। यानी कि एक तो ਵੱਧ डिजीज़ ਨੂੰ ਉਹ क्योर कर सकते हैं, they are called as broad spectrum antibiotics। ਹੁਣ gram positive ਤੇ gram negative ਕੀ ਹੈ, ਇਹ डाइज ਹੁੰਦੀਆਂ ਦੇ डाइज। कुछ बैक्टीरिया वो डाई ਨੂੰ ਸਟੇਨ कर सकते हैं तो कुछ नहीं कर सकते। ਜਿਹੜੇ ਤਾਂ कर सकते हैं तो वो ग्राम पॉजिटिव ने, ਜਿਹੜੇ नहीं कर सकते वो ग्राम नेगेटिव ने। सो ब्रॉड स्पैक्ट तुसी याद रखने वाला किहड़ा, उन्हां दे एग्जाम्पल क्लोरामफेनिकोल, टेट्रासाइक्लिन्स, क्लोरोमाइसिटिन, वेनोकोमाइसिन एंड फ्लॉक्सासिन, दे आर द एग्जाम्पल्स ऑफ ब्रॉड स्पैक्ट्रम एंटीबायोटिक्स। सो लैट्स टॉक अबाउट हुण इन्हां दा काम की है। क्लोरामफेनिकोल इज़ अ ब्रॉड स्पैक्ट्रम एंटीबायोटिक which is rapidly absorbed from the gastrointestinal tract and hence can be given orally in case of typhoid, dysentery, acute fever, certain form of urinary infection, meningitis and pneumonia। So this is what chloramphenicol does। इन्हां सारियां diseases दे against ये work करता है। Then it is dicydazirin which is toxic towards certain strains of cancer cell। एम्पीसिलिन एंड अमोक्सीसिलिन दे आर सिंथेटिक मॉडिफिकेशंस ऑफ पेंसिलिन, ये ब्रॉड स्पैक्ट्रम है। तो मिक्सचर ऑफ एंटीबायोटिक्स कैन ऑल्सो बी यूज्ड एज ब्रॉड स्पैक्ट्रम एंटीबायोटिक्स। यानी कि काफ़ी डिजीज़ नूं ये कॉज मतलब ये क्योर कर सकते हैं ब्रॉड स्पैक्ट्रम एंटीबायोटिक्स। नैक्सट है राजे अपने नैरो स्पैक्ट्रम एंटीबायोटिक्स। नैरो स्पैक्ट्रम एंटीबायोटिक्स किहड़े हुंदे विच आर इफैक्टिव मेनली अगेन जां तां वो ग्राम पॉजिटिव दे विद रिस्पैक्ट काम करनगे ते जां ग्राम नैगेटिव बैक्टीरिया दे अगेंस्ट काम करनगे। फॉर एग्जाम्पल पेंसिलिन जी, ते जे पेंसिलिन दे विच मॉडिफिकेशन करदे हो तां आपां नूं की मिलदा है एम्पीसिलिन जां एमोक्सीसिलिन विच इज़ अ ब्रॉड स्पैक्ट्रम। कल्ला पेंसिलिन इज़ नैरो स्पैक्ट्रम। हुण लिमिटेड जिहड़ी कि सिर्फ सिंगल स्ट्रेन ऑफ बैक्टीरिया दे अगेंस्ट काम करते हैं। दोज एंटीबायोटिक्स विच आर इफेक्टिव अगेंस्ट अ सिंगल ऑर्गेनिज्म और डिजीज़, फॉर एग्जाम्पल राइफिम्पासिन। ठीक है जी, ये लिमिटेड ने। सो तीन तरह के एंटीबायोटिक्स ड्रग ने, नैरो, ब्रॉड एंड लिमिटेड। ब्रॉड दे विच काफ़ी रेंज ऑफ बैक्टीरिया कवर हो जाती है। नैरो दे विच जां तां ग्राम पॉजिटिव ते जां ग्राम नैगेटिव। लिमिटेड दे विच सिंगल ऑर्गेनिज्म। ना हुण आपां गल करदे हां सल्फा ड्रग्स दी। सल्फा ड्रग्स की ने? सल्फा ड्रग्स दे हैव ग्रेट एंटीबैक्टीरियल पावर एंड आर यूज्ड एज ऑल्टरनेटिव टू एंटीबायोटिक्स। When these drugs are administered to patients, the bacteria absorb these and cease to grow। यानी कि जो तुसी सल्फा ड्रग अंदर लैने हो तो वो की करता है, बैक्टीरिया नू अपने
ਅਬਜ਼ੋਰਬ ਕਰ ਲੈਂਦਾ ਹੈ ਤੇ ਉਸ ਨੂੰ ਗਰੋਥ ਤੋਂ ਰੋਕ ਦਿੰਦਾ, ਰਾਈਟ। ਇਹਦੇ ਵਿੱਚ ਐਗਜ਼ਾਮਪਲ ਹੈਗੇ ਹੈ ਸਲਫਾ ਡਾਇਜ਼ੀਨ, ਸਲਫਾ ਥਾਇਜ਼ੋਲ, ਸਲਫਾ ਐਨਿਲਮਾਈਡ, सल्फा गुआनिडीन, सल्फा एसीटामाइड, सल्फा मेजाथीन, सल्फा फ्यूराजोल, सल्फा पिरिडीन एटसैक्ट्रा। सल्फा ड्रग्स आर नॉट मच इन यूज एट प्रेजेंट। तो तुहाडे वास्ते ये काम हैगा कि सल्फा ड्रग ते एंटीबायोटिक दे विच की फर्क है। सो वट यू हैव टू डू इज़ यू हैव टू थिंक अबाउट इट कि एक सल्फा ड्रग ते एंटीबायोटिक दे विच की फर्क है, राइट। हुण आपां करदे हां नैक्सट ਜਿਹੜੇ ਕਿ ਆਪਾਂ ਕਰਦੇ ਪਏ ਐਂਟੀ ਮਾਈਕਰੋਬੀਅਲ, ਜਿਨ੍ਹਾਂ ਵਿੱਚੋਂ ਹੈਗਾ ਰਾਜੇ ਐਂਟੀਸੈਪਟਿਕ। ਵਾਟ ਇਜ਼ ਦਿਸ ਐਂਟੀਸੈਪਟਿਕ, ਠੀਕ ਹੈ। ਜਿਹੜੇ ਆਪਾਂ ਐਂਟੀਬਾਇਓਟਿਕਸ ਕੀਤੇ ਆ ਉਹ ਆਪਾਂ ਐਕਚੁਅਲੀ ਕੰਜ਼ਿਊਮ ਕਰ ਸਕਦੇ ਹਾਂ, ਬੋਡੀ ਦੇ ਵਿੱਚ ਲੈ ਸਕਦੇ ਹਾਂ। ਜਿਹੜੇ ਐਂਟੀਸੈਪਟਿਕ ਹੈ ਤੇ ਐਂਟੀਸੈਪਟਿਕ ਤੇ ਅੱਗੇ ਆਪਾਂ ਕਰਾਂਗੇ ਡਿਸਇਨਫੈਕਟੈਂਟ, ਉਹ ਆਪਾਂ ਖਾ ਨਹੀਂ ਸਕਦੇ ਵੀ ਕਿ ਦ ਪੇਸ਼ੈਂਟ ਕੈਨ ਨਾਟ ਟੇਕ ਇਟ ਓਰਲੀ ਔਰ ਬਾਈ ਇੰਜੈਕਸ਼ਨ, ਉਹ ਬੋਡੀ ਦੇ ਵਿੱਚ ਆਪਾਂ ਨਹੀਂ ਦੇ ਸਕਦੇ। एंटीसैप्टिक की होंगे है द कैमिकल सबस्टांसिस विच प्रिवेंट द ग्रोथ ऑफ द माइक्रो ऑर्गेनिजम्स और किल दैम बट आर नॉट हार्मफुल टू द लिविंग ह्यूमन टिश्यूज़। एंटीसैप्टिक्स आर अपलाइड टू द लिविंग टिश्यूज़, यानी कि किते सट वज जाती है, किते वूंड है, उत्थे तुसी एंटीसैप्टिक लगा सकते हो बट कंज्यूम नहीं कर सकते। जिमें कि डेटोल हो गई, सैवलॉन हो गया, ये आप अपने सट के उत्ते लगा सकते हैं बट कंज्यूम नहीं कर सकते, राइट। For example, furacin, soframycin, these are some of the examples. Some of the compounds used as antiseptic are exemplified. ਜਿਵੇਂ ਹੁਣ Dettol is the most important example. Dettol ਦੇ ਵਿੱਚ ਕੀ ਹੈ, that's very very important. What are the constituents of Dettol? It's chloroxylenol, parachlorometaxylenol and terpineol. So now the spellings, they are very very important. So our chloroxylenol and this is terpineol. The structure is also important. So it is Dettol is a mixture of chloroxylenol, parachlorometaxylenol and terpineol. This is Dettol. There is another antiseptic. There is another antiseptic which is bithionol. Bithionol ki it is added to soap to impart antiseptic properties and reduce odor due to bacterial action on the skin surface. So this is the structure of bithionol, right। सोप ਦੇ ਵਿੱਚ ਐਡ ਕੀਤਾ ਜਾਂਦਾ so that ਉਹਦੀਆਂ ਐਂਟੀਸੈਪਟਿਕ ਪ੍ਰੋਪਰਟੀਜ਼ ਨੂੰ ਇਨਕਰੀਜ਼ ਕੀਤਾ ਜਾ ਸਕੇ। then another antiseptic is hydrogen peroxide. It is a strong antiseptic used to clear wood, ਜਿਹਨੂੰ ਹਾਈਡਰੋਜਨ ਕਹਿੰਦੇ ਹੋ, ਹਾਈਡਰੋਜਨ ਦੇ ਨਾਲ ਸਾਫ਼ ਕੀਤਾ ਹੈ, ਉਹ ਐਕਚੁਅਲੀ ਹਾਈਡਰੋਜਨ peroxide ਹੈ ਅੰਡਰ ਦ ਨੇਮ ਪਰਹਾਈਡਰੋਨ। आयोडीन जिन्होंने नीली दवाई कहते हैं, 2 to 3% solution of iodine alcohol water in the form of tincture of iodine. So what is tincture of iodine? That's very important question. It is 2 to 3% solution of iodine and alcohol water mixture. इन्हां तो इलावा होर आपां किहड़े एंटीसैप्टिक यूज़ कर सकते हैं? In addition to these, salicylic acid, picric acid, iodoform, boric acid, resorcinol and phenol are also some of the common antiseptics used. Iodoform is also used. Iodoform is CHI3. Iodoform is also used as an antiseptic for the wounds. ठीक है। So these are the antiseptic ਜਿਹੜੇ ਆਪਾਂ living tissues ਦੇ ਉੱਤੇ ਅਪਲਾਈ ਕਰ ਸਕਦੇ ਹਾਂ, ਜਿਹੜੇ ਕਿ ਮਾਈਕਰੋਬਸ ਨੂੰ ਮਾਰਦੇ ਹੈ, they prevent their growth, right। So another important thing to notice here is to realize is कि antibiotic ਤੇ antiseptic ਦੇ ਵਿੱਚ ਕੀ difference ਹੈ। So I leave it, I've already discussed, so I leave it in you to further think about it कि antibiotic ਤੇ antiseptic ਦੇ ਵਿੱਚ ਹੋਰ ਕੀ ਫਰਕ ਹੋ ਸਕਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੈਕਸਟ ਐਂਟੀ ਮਾਈਕਰੋਬੀਅਲ, ਜਿਹੜਾ ਕਿ ਡਿਸਇਨਫੈਕਟੈਂਟ ਹੈ। डिसइनफैक्टेंट ਦੇ ਵਿੱਚ ਕੀ ਹੈ, ਉਹ ਵੀ ਮਾਈਕਰੋ ਆਰਗੈਨਿਜ਼ਮਸ ਨੂੰ ਕਿਲ ਕਰਦਾ ਹੈ ਜਾਂ ਉਹਨਾਂ ਦੀ ਗਰੋਥ ਨੂੰ ਸਟਾਪ ਕਰਦਾ ਹੈ, ਬਟ ਉਹ ਲਿਵਿੰਗ ਟਿਸ਼ੂਜ਼ ਤੇ ਜਾਂ ਹਿਊਮਨ ਟਿਸ਼ੂਜ਼ ਤੇ ਅਪਲਾਈ ਨਹੀਂ ਕੀਤਾ ਜਾ ਸਕਦਾ, ਉਹ ਨੌਨ ਲਿਵਿੰਗ ਤੇ ਆਪਾਂ ਅਪਲਾਈ ਕਰ ਸਕਦੇ ਹਾਂ। Since these substances are harmful to human tissues, they cannot be applied directly to the wounds. They are used to disinfect floors, toilets, etc. For example, phenol 1%, sulfur dioxide, etc. Chlorine ਦੀ ਕਿਹੜੀ concentration 0.2 to 0.4 ppm is used as a disinfectant for drinking water.
same substance can act as an antiseptic as well, very important. ਇੱਕੋ substance ਜੇਕਰ ਆਪਾਂ ਉਹਦੀ concentration ਨੂੰ vary ਕਰ ਦਈਏ ਤਾਂ it can also act as antiseptic as well as disinfecting. The perfect example is a 0.2% solution of phenol is an antiseptic while 1% is a disinfectant. ਜੇ ਆਪਾਂ 0.2% ਲੈ ਰਹੇ ਹਾਂ ਫਿਨੋਲ ਦਾ ਤਾਂ ਉਹ ਐਂਟੀਸੈਪਟਿਕ ਯਾਨੀ ਕਿ ਉਹ ਲਿਵਿੰਗ ਟਿਸ਼ੂਜ਼ ਦੇ ਸੱਟ ਵਗੈਰਾ 'ਤੇ ਆਪਾਂ ਅਪਲਾਈ ਕਰ ਸਕਦੇ ਹਾਂ. if it is disinfectant one day if it has to be used as a disinfectant ਤਾਂ ਥੋੜੀ ਜਿਹੀ ਆਪਾਂ ਨੂੰ ਉਹਦੀ concentration ਵਧਾਉਣੀ ਪਊਗੀ, that is 1%. so I leave it on you to think about it ਕਿ ਇੱਕ ਐਂਟੀਬਾਇਓਟਿਕ ਇੱਕ ਐਂਟੀਸੈਪਟਿਕ ਤੇ disinfectant ਦੇ ਵਿੱਚ ਮੇਨ ਫਰਕ ਕੀ ਹੈ, right? So this was the fourth class of the medicines, that is antimicrobials, ਜਿਹੜੇ ਕਿ micro organisms ਦੇ against work ਕਰਦੇ ਹੈ, ਠੀਕ ਹੈ. So the whole world today is working against antimicrobials so that ਆਪਾਂ ਇੱਕ antiviral drug prepare ਕਰ ਸਕੀਏ which is able to find out the cure or kill coronavirus, right? Next class of the medicines is the antihistamine. Histamine, some might have heard about it, for some it may be a new word. Histamine या antihistamine can be appropriately called as anti-allergic drug. Antihistamine ਹੁਣ ਆਪਾਂ ਗੱਲ ਕਰਨੀ ਹੈ anti-allergic drug. ਐਲਰਜੀ ਤੋਂ ਮਤਲਬ ਹੈ ਕਿ ਜਦੋਂ ਆਪਾਂ ਕੋਈ ਚੀਜ਼ ਇਨਹੇਲ ਕਰਦੇ ਹਾਂ ਜਾਂ ਕੁਝ ਖਾ ਲੈਂਦੇ ਹਾਂ, ਕਿਸੇ ਵੀ ਤਰ੍ਹਾਂ ਜੇ ਅਗਰ ਆਪਣੀ ਬੋਡੀ ਦੇ ਕੰਟੈਕਟ ਵਿੱਚ ਆਉਂਦੀ ਹੈ ਆਪਾਂ ਨੂੰ ਐਲਰਜੀ ਹੋ ਜਾਂਦੀ ਹੈ. ਐਲਰਜੀ ਕੈਨ ਬੀ ਇਨ ਦ ਫਾਰਮ ਆਫ redness, in the form of swelling, in the form of sneezing, any kind of allergy है ना. allergy the word you have heard. और ਉਸ ਨੂੰ ਕਿਵੇਂ ਆਪਾਂ ਕਿਉਰ ਕਰ ਸਕਦੇ ਹਾਂ. ਫਿਰ let's discuss about allergy for more. Hypersensitivity of some person to some drugs, dust, pollen grains, cat fur, a particular type of food or fabric is called as allergy. ਇਟ ਇਜ਼ ਡਿਊ ਟੂ ਐਲਰਜੀ ਕਿਉਂ ਹੁੰਦੀ ਹੈ, ਕਿਉਂਕਿ ਆਪਣੀ ਬੋਡੀ ਉਹਨਾਂ ਦੇ ਅਗੇਂਸਟ ਇੱਕ ਸਬਸਟਾਂਸ ਰਿਲੀਜ਼ ਕਰਦੀ ਹੈ ਵਿਚ ਇਜ਼ ਹਿਸਟਾਮਿਨ. ਹਿਸਟਾਮਿਨ ਇੱਕ ਇੱਕ ਕੈਮੀਕਲ ਸਬਸਟਾਂਸ ਹੈ ਜਿਹਦੀ ਪ੍ਰੋਡਕਸ਼ਨ ਦੇ ਨਾਲ ਆਪਾਂ ਨੂੰ ਐਲਰਜੀ ਹੁੰਦੀ ਹੈ, ਇਨਫਲੇਮੇਸ਼ਨ ਹੋ ਜਾਂਦੀ ਹੈ, ਰੈਡਨੈਸ ਹੋ ਜਾਂਦੀ ਹੈ, ਠੀਕ ਹੈ. ਹਿਸਟਾਮਿਨ, ਬਟ ਵਾਟ ਇਜ਼ ਹਿਸਟਾਮਿਨ? ਇਟ ਇਜ਼ ਅ ਪੋਟੈਂਟ ਵੈਜ਼ੋਡਾਇਲੇਟਰ. ਡਾਇਲੇਟਰ ਦਾ ਮਤਲਬ ਖੋਲ੍ਹਦਾ ਹੈ. ਕੀ ਖੋਲ੍ਹਦਾ ਹੈ? It relaxes the other muscles such as those present in the walls of fine blood vessels. ਜਿਹੜੇ ਕਿ blood vessels ਦੀ walls ਨੂੰ open ਕਰ ਦੇਵੇ ਤੇ smooth muscles in the bronchi ਨੂੰ contract ਕਰ ਦੇਵੇ, ਠੀਕ ਹੈ. ਤਾਂ ਹੀ ਆਪਾਂ ਨੂੰ redness, ਖਾਂਸੀ, ਛਿੱਕਾਂ, sneezing ਉਹ ਹੁੰਦੀ ਹੈ, right? As a result, histamine causes allergy, that is skin rashes, inflammation of tissues, asthma and itching of hives. It causes nasal congestion associated with some cold allergic response to pollen. Chikka auna, khang auna. It is due to the production of histamine which is caused by the allergy. Allergy can be against anything, right? So histamine ki hai? It is a potent vasodilator. It contracts the some smooth muscles in the bronchi and relaxes other muscles such as those present in the walls of the fine blood vessels. ठीक है. की करता है? skin rashes, inflammation of tissues, asthma, itching of hives. ठीक है जी. Now we'll talk about ਹੁਣ ਕਿਹੜੇ ਨੇ a group of compounds which destroy the histamine produced in the body by the allergens, that will be the antihistamines, right? Antihistamines ਕੀ ਨੇ? Antihistamines are amines, for example diphenylhydramine, chlorpheniramine and promethazine. ਜਿਹੜੀ ਸਿਟਰਜ਼ਿਨ ਹੈ ਨਾ ਜਾਂ ਵਿਕੋਰਿਲ ਮੈਡੀਸਿਨ ਹੈ ਉਹ ਐਕਚੁਅਲੀ ਐਂਟੀ ਅਲਰਜਿਕ ਹੈ. ਉਹਨਾਂ ਦੇ ਉੱਪਰ ਤੁਸੀਂ ਆ ਮੈਡੀਸਿਨਸ ਦੇਖ ਸਕਦੇ ਹੋ, ਠੀਕ ਹੈ ਜੀ. ਨੈਕਸਟ ਇਜ਼ ਇਹ ਕੁਝ ਸਿੰਥੈਟਿਕ ਡਰੱਗਸ ਨੇ, ਫॉर एग्जांपल brompheniramine, terfenadine. These are the examples of antihistamine drugs. You have to learn them. Yes, diphenylhydramine, chlorpheniramine and promethazine. जितने word आ रहे हैं ना, that is antihistamine, right? Synthetic drugs brompheniramine,
ਡਾਇਮਟੈਪ ਉਹਦਾ ਟ੍ਰੇਡ ਨੇਮ ਹੈ, ਟਰਫੀਨਾਡਿਨ ਸੈਲਡੇਨ ਉਹਦਾ ਟ੍ਰੇਡ ਨੇਮ ਹੈ। ਹੁਣ ਹੁੰਦਾ ਕੀ ਹੈ, ਹਾਊ ਡਜ਼ ਇਟ ਹੈਲਪ, ਕੀ ਹੁੰਦਾ ਹੈ, ਹਿਸਟਾਮਿਨ ਹੈ ਨਾ ਜਿਹੜਾ, ਲਿਸਨ ਵੈਰੀ ਕੇਅਰਫੁਲੀ, ਹਿਸਟਾਮਿਨ ਹੈ, ਸਪੋਜ਼ ਇਹ ਇੱਕ ਕੈਮੀਕਲ ਮੈਸੇਂਜਰ ਹੈ, ਹਿਸਟਾਮਿਨ ਜਾ ਕੇ ਇੱਕ ਰਿਸੈਪਟਰ 'ਤੇ ਲੱਗ ਜਾਂਦਾ ਹੈ, ਠੀਕ ਹੈ, ਜਿਹਦੇ ਕਰਕੇ ਮੈਸੇਜ ਸੈਂਡ ਹੁੰਦਾ ਹੈ। ਆਪਾਂ ਐਂਟੀ ਹਿਸਟਾਮਿਨ ਨੇ ਕੀ ਕਰਨਾ ਹੈ, ਇਸ ਹਿਸਟਾਮਿਨ ਨੂੰ ਇੱਥੇ ਨਹੀਂ ਲੱਗਣ ਦੇਣਾ, ਉਹ ਆਪ ਜਾ ਕੇ ਲੱਗ ਜਾਂਦਾ ਹੈ। ਸੋ ਇੰਟਰਫੇਅਰਸ ਇਨ ਇਟਸ ਫੰਕਸ਼ਨ। ਸੋ what does it do? Antihistamines interfere with the natural action of histamine by competing with histamine for binding sites of receptor where histamine exerts its effect. ਜੇ ਹਿਸਟਾਮਿਨ ਇਸ ਰਿਸੈਪਟਰ 'ਤੇ ਲੱਗਦਾ ਤਾਂ ਆਪਾਂ ਨੂੰ ਐਲਰਜੀ ਹੁੰਦੀ ਹੈ। ਜੇ ਆਪਾਂ ਦਵਾਈ ਖਾ ਲੈਂਦੇ ਹਾਂ, ਐਂਟੀ ਹਿਸਟਾਮਿਨ ਖਾ ਲੈਂਦੇ ਹਾਂ, ਐਂਟੀ ਹਿਸਟਾਮਿਨ ਇੱਥੇ ਜਾ ਕੇ ਲੱਗ ਜੂਗਾ ਇਹਦੀ ਜਗ੍ਹਾ 'ਤੇ, ਅਤੇ ਹਿਸਟਾਮਿਨ ਜਦੋਂ ਲੱਗਿਆ ਹੀ ਨਹੀਂ ਤਾਂ ਐਲਰਜੀ ਕਾਜ਼ ਨਹੀਂ ਹੋ, ਠੀਕ ਹੈ ਜੀ। Now there is another work of antihistamine. Antihistamine also helps in curing acidity. How it helps in curing acidity? ਹੁਣ ਜਿਹੜੀ ਹਿਸਟਾਮਿਨ ਹੈ ਨਾ, that is also present in the walls of the stomach. ਜਦੋਂ ਹਿਸਟਾਮਿਨ ਪ੍ਰੋਡਿਊਸ ਹੁੰਦਾ ਹੈ ਤਾਂ ਆਪਣੀ ਬੋਡੀ ਦੇ ਵਿੱਚ ਪੈਪਸਿਨ ਤੇ ਹਾਈਡਰੋਕਲੋਰਿਕ ਐਸਿਡ ਪ੍ਰੋਡਿਊਸ ਹੁੰਦਾ ਹੈ, which helps in the digestion of the food. ਬਟ ਜੇ ਉਹ ਜ਼ਿਆਦਾ ਪ੍ਰੋਡਿਊਸ ਹੋ ਗਏ then it will cause acidity. ਆਪਾਂ ਉਸ ਹਿਸਟਾਮਿਨ ਨੂੰ ਰੋਕਣਾ ਹੈ। The drug cimetidine tegament antihistaminic which was designed to prevent the interaction of histamine with the receptor present in the stomach wall. This resulted in the release of lesser amount of acid. Another ਕੀ ਹੈ, ranitidine, Zantac. These drugs can be called as antacid. ਦੇਖੋ ਰਾਜੇ ਕੀ ਹੋਇਆ, ਜਦੋਂ ਸਟਮਕ ਦੀਆਂ ਵਾਲਸ ਦੇ ਵਿੱਚ ਰਿਸੈਪਟਰ ਪ੍ਰੈਜ਼ੈਂਟ ਹੈ, ਹਿਸਟਾਮਿਨ ਜਦੋਂ ਉਸ ਰਿਸੈਪਟਰਸ 'ਤੇ ਜਾ ਕੇ ਲੱਗਦਾ ਹੈ ਤਾਂ ਐਸਿਡ ਜਾਂ ਪੈਪਸਿਨ ਪ੍ਰੋਡਿਊਸ ਹੁੰਦਾ। ਜਿੰਨਾ ਜ਼ਿਆਦਾ ਐਸਿਡ ਪ੍ਰੋਡਿਊਸ ਹੋਊਗਾ ਉਨੀ ਜ਼ਿਆਦਾ ਐਸਿਡਿਟੀ ਹੋਊਗੀ। ਤਾਂ ਡਰੱਗ ਕਿਹੜੇ ਕਰਦੇ, ਆਹ ਡਰੱਗ ਸਿਮਿਟੀਡੀਨ ਹੋ ਗਈ, ਰੈਨੀਟੀਡੀਨ ਹੋ ਗਈ, ਇਹ ਕੀ ਕਰਦੇ, ਹਿਸਟਾਮਿਨ ਨੂੰ ਰੋਕਦੇ ਆ ਤਾਂ ਕਿ ਉਹ ਰਿਸੈਪਟਰ 'ਤੇ ਜਾ ਕੇ ਨਾ ਲੱਗੇ ਅਤੇ ਐਸਿਡ ਪ੍ਰੋਡਿਊਸ ਨਾ ਹੋਵੇ। Hence, these types of antihistamines can also be called as antacids. ਹੁਣ ਦੇਖੋ, ਇਹ ਵੀ ਐਂਟੀਹਿਸਟਾਮਿਨਸ ਹੈ, ਐਂਟੈਸਿਡਸ ਵੀ ਐਂਟੀਹਿਸਟਾਮਿਨਸ ਹੈ, ਠੀਕ ਹੈ। ਹੁਣ ਧਿਆਨ ਨਾਲ ਕੁਐਸਚਨ ਪੜ੍ਹਿਓ। ਵਾਈਲ ਐਂਟੈਸਿਡਸ ਐਂਡ ਐਂਟੀ ਐਲਰਜਿਕ ਡਰੱਗਸ ਇਨ ਦੋਵੇਂ ਇੰਟਰਫੇਅਰ ਵਿਦ ਦੀ ਫੰਕਸ਼ਨ ਆਫ ਹਿਸਟਾਮਿਨਸ, ਫਿਰ ਉਹ ਇੱਕ ਦੂਜੇ ਦੇ ਕੰਮ 'ਚ ਇੰਟਰਫੇਅਰ ਕਿਉਂ ਨਹੀਂ ਕਰਦੇ, ਠੀਕ ਹੈ। ਦੇਖੋ ਤੁਹਾਨੂੰ ਐਲਰਜੀ ਹੋਈ, ਤੁਸੀਂ ਮੈਡੀਸਿਨ ਖਾ ਲਈ, ਐਸਿਡਿਟੀ ਤੁਹਾਨੂੰ ਹੈ ਨਹੀਂ, ਸਿਰਫ ਐਲਰਜੀ ਹੈ, ਉਹ ਜਾ ਕੇ ਫਿਰ ਸਟਮਕ ਦੇ ਵਿੱਚ ਵੀ ਤਾਂ ਲੱਗ ਸਕਦਾ, ਰਾਈਟ। ਬਟ ਇਸ ਤਰ੍ਹਾਂ ਨਹੀਂ ਹੁੰਦਾ, ਕਿਉਂਕਿ ਉਹ ਅਲੱਗ-ਅਲੱਗ ਰਿਸੈਪਟਰਸ 'ਤੇ ਕੰਮ ਕਰਦੇ ਹੈ। ਜਿਹੜੇ ਐਂਟੈਸਿਡਸ ਹੈ ਉਹ ਸਿਰਫ ਸਟਮਕ ਵਾਲੇ ਰਿਸੈਪਟਰਸ 'ਤੇ ਕੰਮ ਕਰਦੇ ਹੈ, ਜਿਹੜਾ ਐਂਟੀ ਐਲਰਜਿਕ ਡਰੱਗਸ ਹੈ ਉਹ ਸਿਰਫ ਜਿਹੜਾ ਆਪਣਾ ਰੈਸਪੀਰੇਟਰੀ ਟਰੈਕਟ ਹੈ ਉੱਥੇ ਕੰਮ ਕਰਦਾ ਹੈ। Drugs designed to cure some ailment in one organ in the body do not affect the other because they work on different receptors. को situation है, ਐਲਰਜੀ ਹੋਈ ਹੈ ਨਾ, ਐਲਰਜੀ ਹੋਈ ਹੈ, ਐਲਰਜੀ ਨੂੰ ਕਿਉਰ ਕਰਨ ਵਾਸਤੇ ਤੁਸੀਂ ਐਂਟੀ ਐਲਰਜਿਕ ਡਰੱਗ ਲੈ ਲਿਆ, ਉਹਨੇ ਹਿਸਟਾਮਿਨ ਨੂੰ ਰੋਕਣਾ। ਜੇ ਉਹ ਸਾਰੇ ਹਿਸਟਾਮਿਨ ਨੂੰ ਰੋਕ ਦੇਊਗਾ ਤਾਂ ਆਪਣੀ ਬੋਡੀ ਦੇ ਵਿੱਚ HCl ਫਿਰ ਪ੍ਰੋਡਿਊਸ ਨਹੀਂ ਹੋ ਸਕੂਗਾ। ਕੁਝ ਅਮਾਊਂਟ ਆਫ HCl ਤਾਂ ਆਪਾਂ ਨੂੰ ਡਾਈਜੈਸ਼ਨ ਆਫ ਫੂਡ ਵਾਸਤੇ ਰਿਕੁਆਇਰਡ ਹੈ ਨਾ। ਤਾਂ ਐਸਾ ਨਹੀਂ ਹੁੰਦਾ, ਕਿਉਂਕਿ ਜਿਹੜੀ ਐਂਟੀ ਐਲਰਜਿਕ ਡਰੱਗਸ ਹੈ ਉਹ ਸਿਰਫ ਜਿਹੜੇ ਰੈਸਪੀਰੇਟਰੀ ਟਰੈਕਟ ਵਾਲੇ ਰਿਸੈਪਟਰਸ ਹੈ ਸਿਰਫ ਉਹਨਾਂ 'ਤੇ ਕੰਮ ਕਰਦੇ ਹੈ, ਅਤੇ ਜਿਹੜੇ ਐਂਟੈਸਿਡਸ ਹੈ ਉਹ ਸਿਰਫ ਜਿਹੜੇ ਸਟਮਕ ਵਾਲੇ ਹੈ ਉਹਨਾਂ 'ਤੇ ਕੰਮ ਕਰਦੇ ਹੈ। ਸੋ ਇੱਕ ਦੂਜੇ ਦੇ ਕੰਮ ਦੇ ਵਿੱਚ ਉਹ ਇੰਟਰਫੇਅਰ ਨਹੀਂ ਕਰਦੇ। ਹੁਣ ਇਹਦੇ ਵਿੱਚ ਕੀ ਹੈ, the secretion of histamine causes allergy. It also causes acidity due to release of HCl in the stomach. Since anti-allergic and antacid drugs work on different receptors, therefore antihistamines remove only allergy, whereas antacids remove acidity. ਹੁਣ antacids ਹੋਰਾਂ ਦੀ ਗੱਲ ਕਰਦੇ ਹਾਂ, ਯਾਨੀ ਕਿ ਹੁਣ acidity ਹੋ ਗਈ। Overproduction of acid in the stomach, this is another class of drugs, antacids. Overproduction of acid in the stomach causes irritation and pain.
इन सीवियर केसिस अल्सरस आर डेवलप्ड इन दी स्टमक, यानी कि जो एसिड प्रोड्यूस होंदा रहा तो तुसी उसनू क्योर नहीं किया तो अल्सरस में बी डेवलप्ड इन दी स्टमक एंड फाइनली में लीड टू कैंसर. Substances which remove the excess acid in the stomach and raise the pH to the appropriate level are called as antacids. ਇਹਦੇ ਵਿੱਚ example ਕਿਹੜੇ ਹੈ? Calcium carbonate, sodium bicarbonate, magnesium hydroxide, aluminium hydroxide may be used in the form of tablets or aqua suspension, ਜਿਹੜੀ ਪੀਣ ਵਾਲੀ ਦਵਾਈ ਹੁੰਦੀ ਹੈ. ਬਟ ਇਹਦੇ ਵਿੱਚ ਇੱਕ ਪ੍ਰੋਬਲਮ ਹੈ, ਜੇ ਤੁਸੀਂ excess of sodium bicarbonate ਲੈ ਲਿਆ that can make stomach alkaline and trigger the production of even more acid. ਇਹ ਲੀਚ-ਐਟੇ ਪ੍ਰਿੰਸੀਪਲ ਇੱਥੇ ਕੰਮ ਕਰਦਾ ਹੈ, ਯਾਨੀ ਕਿ ਜੇ ਇੱਕ ਵਾਰੀ ਤੁਸੀਂ ਐਸਿਡ ਖਤਮ ਕਰ ਦਿੱਤਾ ਤਾਂ ਰਿਐਕਸ਼ਨ ਵਿਲ ਮੂਵ ਇਨ ਦੀ ਫਰਦਰ ਡਾਇਰੈਕਸ਼ਨ ਤਾਂ ਕਿ ਹੋਰ ਐਸਿਡ ਪ੍ਰੋਡਿਊਸ ਹੋਵੇ. ਫਿਰ ਕੀ ਹੁੰਦਾ, ਇਹਨਾਂ ਦੀ ਜਗ੍ਹਾ ਤੇ ਆਪਾਂ ਮੈਟਲ ਹਾਈਡਰੋਕਸਾਈਡਸ ਦੇ ਆਰ ਬੈਟਰ ਆਲਟਰਨੇਟਿਵਸ. Metal hydroxides are better alternatives because of being insoluble. These do not increase the pH above neutrality. Another example is omeprazole and anisoprozole are prescribed as antacids. These medicines prevent the formation of acid in the stomach. Antacids should not be given with the other drugs as they slow down their absorption. ठीक है, ਹੁਣ ਰਾਜੇ ਐਂਟੈਸਿਡ ज़्यादा फायदे वाले है कि एंटी हिस्टामिन्स दैट ਉਹਦੇ ਬਾਰੇ डिस्कस करते हैं. देखो एंटैसिड है ਜਿਹੜਾ ਉਹ ਐਸਿਡ ਬੋਡੀ ਦੇ ਵਿੱਚ ਚਲਾ ਗਿਆ, ਪ੍ਰੋਡਿਊਸ ਹੋ ਗਿਆ, ਫਿਰ ਕੰਮ ਕਰਦੇ ਆ. ਯਾਨੀ ਕਿ ਆ ਜਿਵੇਂ ਈਨੋ ਹੋ ਗਏ, ਜੈਲੋਸਿਲ ਹੋ ਗਈ, ਪੁਦੀਨ ਹਰਾ ਹੋ ਗਈ, ਇਹ ਜਿਹੜੀਆਂ ਮੈਡੀਸਿਨਸ ਹੈ ਇਹ ਬੋਡੀ ਦੇ ਵਿੱਚ ਐਸਿਡ ਪ੍ਰੋਡਿਊਸ ਹੋ ਗਿਆ, ਉਦੋਂ ਜਦੋਂ ਖਾਂਦੇ ਆ ਉਦੋਂ ਕਿਉਰ ਕਰਦੇ ਆ. ਜਿਹੜੇ ਐਂਟੀ ਹਿਸਟਾਮਿਨ ਵਾਲੇ ਐਂਟੈਸਿਡਸ ਹੈ ਉਹ ਪ੍ਰੋਡਕਸ਼ਨ ਨੂੰ ਰੋਕਦੇ ਆ, ਯਾਨੀ ਕਿ ਉਹਨੂੰ ਪ੍ਰੋਡਿਊਸ ਹੋਣ ਨਹੀਂ ਦਿੰਦੇ. ਸੋ ਹੁਣ ਤੁਸੀਂ ਸੋਚੋ ਇਹਦੇ ਕਾਹਦੇ ਵਿੱਚ ਫਾਇਦਾ ਹੈ, ਇਹ ਵਾਲੇ ਐਂਟੈਸਿਡਸ ਖਾਣ ਦੇ ਵਾਸਤੇ ਫਾਇਦਾ ਜਾਂ ਜਿਹੜੇ ਐਂਟੀ ਹਿਸਟਾਮਿਨਸ ਵਾਲੇ ਐਂਟੈਸਿਡਸ ਹੈ ਉਹਨਾਂ ਦੇ ਵਿੱਚ ਫਾਇਦਾ. ਠੀਕ ਹੈ ਜੀ. ਸੋ ਦਿਸ ਵਾਜ਼ ਦੀ ਐਂਟੈਸਿਡਸ ਐਂਡ ਦੀ ਐਂਟੀ ਹਿਸਟਾਮਿਨਸ. Now the next compounds, this was all about the drugs that we have already discussed. ਆਪਾਂ ਸਾਰੀਆਂ medicines we have talked, ਸਾਰੇ medicines ਆਪਾਂ antihistamines ਬਾਰੇ ਗੱਲ ਕਰ ਲਈ, antipyretics ਬਾਰੇ ਗੱਲ ਕਰ ਲਈ, we have talked about tranquilizers, ਆਪਾਂ neurologically active drugs ਬਾਰੇ ਗੱਲ ਕਰ ਲਈ, we have talked about everything. ਜੇ ਮੈਂ ਤੁਹਾਨੂੰ ਉਹ flow chart ਦਿਖਾਵਾਂ which is related to the drugs that we have done. So this we have done, antacids we have done, anti-fertility drugs we have done, antipyretics we have done, antihistamines we have done, neurologically active drugs we have done, antimicrobials ਦੇ ਵਿੱਚ antiseptic, disinfectant, antibiotics ਇਹ ਆਪਾਂ ਸਾਰੇ ਕਰ ਚੁੱਕੇ ਹਾਂ, ਰਾਈਟ. ਜਿਹਦੇ ਵਿੱਚ ਆਪਾਂ antibiotic, narrow spectrum, broad spectrum, we have done this all. Now we will talk about another chemicals which are important because they are chemicals and we are doing chemistry in everyday life. Now the chemicals in food, ਕਿਹੜੇ ਇੰਪੋਰਟੈਂਟ ਹੈ ਜਿਹੜੇ ਕੈਮੀਕਲਸ ਇਹਨਾਂ ਦੇ ਆਪਾਂ ਫੂਡ ਦੇ ਵਿੱਚ ਯੂਜ਼ ਕਰ ਸਕਦੇ ਹਾਂ. ਕੁਝ ਕੈਮੀਕਲਸ ਕਾਲਡ ਐਜ਼ ਫੂਡ ਐਡੀਟਿਵਸ, ਦੇ ਆਰ ਐਡਿਡ ਟੂ ਫੂਡ ਟੂ ਇੰਪਰੂਵ ਇਟਸ ਕੀਪਿੰਗ ਕੁਆਲਿਟੀ, ਯਾਨੀ ਕਿ ਉਹ ਖਰਾਬ ਨਾ ਹੋਵੇ, ਉਹਦਾ ਅਪੀਅਰੈਂਸ ਸੋਹਣਾ ਹੋਵੇ, ਟੇਸਟ ਬੈਟਰ ਹੋਵੇ, ਉਹਦੀ ਸਮੈਲ ਓਡੋਰ ਵਧੀਆ ਹੋਵੇ, ਉਹਦੇ ਵਿੱਚ ਨਿਊਟ੍ਰੀਟਿਵ ਵੈਲਿਊਜ਼ ਹੋਣ, ਉਹ ਕੈਮੀਕਲਸ ਆਪਾਂ ਕਰਨੇ ਆ. ਉਹਦੇ ਵਿੱਚ ਕੀ ਨੇ? ਪ੍ਰੀਜ਼ਰਵੇਟਿਵਸ ਹੈ, ਐਂਟੀਆਕਸੀਡੈਂਟਸ ਹੈ, ਫਲੇਵਰਸ ਹੋ ਗਏ, ਸਵੀਟਨਰਸ ਹੋ ਗਏ, ਕਲਰਸ ਹੋ ਗਏ, ਦੇ ਆਰ ਆਲ ਅੰਡਰ ਕੈਮੀਕਲਸ ਇਨ ਫੂਡ. ਫਸਟਲੀ ਵਿਲ ਟਾਕ ਅਬਾਊਟ ਫੂਡ ਪ੍ਰੀਜ਼ਰਵੇਟਿਵਸ. ਉਹਨਾਂ ਦੇ ਨਾਲ ਕੀ ਹੈ, ਫੂਡ ਦੀ ਜਿਹੜੀ ਸ਼ੈਲਫ ਲਾਈਫ ਹੈ ਉਹ ਵੱਧ ਜਾਂਦੀ ਹੈ. ਹੁਣ ਜਿਵੇਂ ਆਪਣੇ ਕੋਲ ਪੈਕੇਜਡ ਫੂਡ ਹੈ, ਜਿਹੜਾ ਪੈਕੇਜਡ ਫੂਡ ਆ ਉਹ ਇੰਨੇ ਮਹੀਨੇ ਜਾਂ ਕਹਿ ਲਓ ਇੰਨੀ ਸਾਲ ਕਿਵੇਂ ਰਹਿ ਜਾਂਦੇ ਆ, ਬਿਕੋਜ਼ ਉਹਨਾਂ ਦੇ ਵਿੱਚ ਆਪਾਂ ਫੂਡ ਪ੍ਰੀਜ਼ਰਵੇਟਿਵ ਪਾਉਂਦੇ ਆ. ਉਹ ਕਿਹੜੇ ਨੇ? ਲੈਟਸ ਟਾਕ ਅਬਾਊਟ ਦਿਸ. Chemical substances which are added to food materials to prevent their spoilage and are not harmful to the human being. ਜੇ ਆਪਾਂ ਖਾ ਲਈਏ ਤਾਂ ਨੁਕਸਾਨ ਵਾਲੇ ਨਹੀਂ ਹੈ. Two chemical preservatives which are permitted for use are
benzoic acid सब तो पहला या sodium benzoate used for the preservation of food materials. Then it is sulfur dioxide जेड़ा कि produced from sodium meta bisulfite. It is used for the preservation of colorless food materials. These preservatives on reaction with the acid of the juice liberate sulfur dioxide, which is very effective in killing the harmful microorganisms present in the food, and it prevents it from getting spoiled. ਹੁਣ ਜਿਹੜਾ ਸਲਫਰ ਡਾਈਆਕਸਾਈਡ ਹੈ ਕਲਰਡ ਫੂਡ ਮਟੀਰੀਅਲ ਵਾਸਤੇ ਆਪਾਂ ਯੂਜ਼ ਨਹੀਂ ਕਰ ਸਕਦੇ. ਥੀਸ ਆਰ ਨਾਟ ਯੂਜ਼ਡ ਫॉर ਪ੍ਰੀਜ਼ਰਵਿੰਗ ਕਲਰਡ ਫੂਡ ਮਟੀਰੀਅਲ ਬਿਕੋਜ਼ ਸਲਫਰ ਡਾਈਆਕਸਾਈਡ ਪ੍ਰੋਡਿਊਸਡ ਫਰੋਮ ਦੀ ਕੈਮੀਕਲਸ ਇਜ਼ ਅ ਬਲੀਚਿੰਗ ਏਜੰਟ. ਸਲਫਰ ਡਾਈਆਕਸਾਈਡ ਐਕਚੁਅਲੀ ਇੱਕ ਬਲੀਚਿੰਗ ਏਜੰਟ ਹੈ, ਬਲੀਚ ਕਰ ਦਿੰਦਾ ਹੈ. ਸੋ ਜੇ ਆਪਾਂ ਇਹ ਯੂਜ਼ ਕਰਾਂਗੇ ਕਲਰਡ ਫੂਡ ਦੇ ਵਿੱਚ ਦੇ ਵਿਲ ਟਰਨ ਇਨਟੂ ਕਲਰਲੈਸ. ਥੀਸ ਆਰ ਦੀ ਫੂਡ ਪ੍ਰਜ਼ਰਵੇਟਿਵਸ. Next class of chemicals used in the food are antioxidants. Antioxidants की antioxidants, so oxygen, it may be related to oxygen. ऑक्सीजन ਜਿਹੜੀ ਹੈ ਨਾ ਜੇਕਰ ਫੂਡ ਦੇ ਕੰਟੈਕਟ ਦੇ ਵਿੱਚ ਆਉਂਦੀ ਹੈ ਤਾਂ ਉਸ ਨੂੰ ਡੀਗ੍ਰੇਡ ਕਰ ਦਿੰਦੀ ਹੈ, ਖਤਮ ਕਰ ਦਿੰਦੀ ਹੈ ਫੂਡ ਦੀ ਕੁਆਲਿਟੀ ਨੂੰ. ਗੰਦੀ ਸਮੈਲ ਆਉਣ ਲੱਗ ਪੈਂਦੀ ਉਹਦੇ ਵਿੱਚੋਂ, ਯੂਜੂਅਲੀ ਆਇਲ ਦੇ ਵਿੱਚੋਂ. ਤੇ ਉਸ ਨੂੰ ਬਚਾਉਣ ਵਾਸਤੇ ਆਪਾਂ ਕੀ ਪਾਉਂਦੇ ਹਾਂ? ਐਂਟੀਆਕਸੀਡੈਂਟ. ਦੇ ਆਰ ਐਡਿਡ ਟੂ ਫੂਡ ਟੂ ਰਿਟਾਰਡ ਦੀ ਐਕਸ਼ਨ ਆਫ ਆਕਸੀਜਨ ਔਨ ਦੀ ਫੂਡ. These chemicals act as sacrificial materials because they are more easily attacked by oxygen than the food. देखो एंटीऑक्सीडेंट्स वाले तो ऑक्सीजन जो कॉन्टैक्ट आते तो अपने आप को खत्म कर लेंगे रादर दैन फूड. In order to prevent rancidity, antioxidants are added to oils and fats. कई बार बटर चों ऑयल चों बुरी ਸਮੈਲ ਆਉਣ ਲੱਗ ਪੈਂਦੀ ਹੈ ਤਾਂ ਜੇ ਆਪਾਂ ਪਹਿਲਾਂ ਹੀ ਉਹਨਾਂ ਵਿੱਚ ਐਂਟੀਆਕਸੀਡੈਂਟਸ ਐਡ ਕਰ ਦਾਂਗੇ ਤਾਂ ਦਿਸ ਵਿਲ ਪ੍ਰੀਵੈਂਟ. ਹੁਣ ਐਂਟੀਆਕਸੀਡੈਂਟਸ ਦੇ ਐਗਜ਼ਾਮਪਲ ਕੀ ਨੇ? ਜਿਵੇਂ ਕਿ BHA ਐਂਡ BHT. ਤੁਸੀਂ ਕਈ ਵਾਰ ਐਡਵਰਟੀਜ਼ਮੈਂਟਸ ਦੇ ਵਿੱਚ ਸੁਣਿਆ ਹੋਊਗਾ BHA ਜਾਂ BHT. ਨਹੀਂ ਸੁਣਿਆ ਤਾਂ ਧਿਆਨ ਰੱਖਿਓ. ਉਹ ਕੀ ਹੈ? ਬਿਊਟਾਈਲੇਟਿਡ ਹਾਈਡਰੋਕਸੀਐਨੀਸੋਲ. BHA is widely used antioxidants used to preserve edible oil, fats and butter. Another oxidant is BHT, by butylated hydroxytoluene. Vitamin E is a natural antioxidant. Right? Another class of chemicals which are used are the artificial sweetening agents. ਜਿਹੜੇ ਆਪਾਂ ਜਿਵੇਂ ਸ਼ੂਗਰ ਫਰੀ ਟ੍ਰੇਡ ਨੇਮ ਹੈ, ਇਕੁਅਲ ਟ੍ਰੇਡ ਨੇਮ ਹੈ, ਠੀਕ ਹੈ. ਉਹ ਜੇ ਆਪਾਂ ਉਹ ਨੈਚੁਰਲ ਸਵੀਟਨਿੰਗ ਏਜੰਟਸ ਦੇ ਵਿੱਚ ਹੁੰਦਾ. ਨੈਚੁਰਲ ਜਿਹੜੇ ਹੁਣ ਜਿਹੜੀ ਐਕਚੁਅਲੀ ਆਪਾਂ ਨੈਚੁਰਲ ਸ਼ੂਗਰ ਖਾਂਦੇ ਹਾਂ, ਜਿਸ ਨੂੰ ਆਪਾਂ ਸ਼ੂਗਰ ਕਹਿੰਦੇ ਨਾ, ਵਾਈਟ ਸ਼ੂਗਰ, ਦੈਟ ਇਜ਼ ਸੁਕਰੋਜ਼. ਉਹਦੇ ਵਿੱਚ ਬਹੁਤ ਕੈਲੋਰੀਜ਼ ਹੁੰਦੀਆਂ. ਦੈਟਸ ਨਾਟ ਗੁੱਡ ਫॉर ਦੀ ਡਾਇਬਟਿਕ ਪੇਸ਼ੈਂਟਸ. ਸੋ ਫਿਰ ਵਾਟ ਡੂ ਵੀ ਸਮ ਪੀਪਲ ਪ੍ਰੈਫਰ ਆਰਟੀਫਿਸ਼ੀਅਲ ਸਵੀਟਨਰਸ, ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਹੈਗਾ ਸੈਕਰਿਨ. ਸੈਕਰਿਨ ਵੈਸੇ ਕੀ ਹੈ? ਇਟ ਇਜ਼ orthosulfobenzimide. It is the first popular artificial sweetening agent. ਇਹ 550 times as sweet as cane sugar. ਜਿਹੜੀ ਤੁਸੀਂ ਸ਼ੂਗਰ ਵਰਤਦੇ ਆਪਾਂ ਨੈਚੁਰਲ, ਇਟਸ 550 times more. ਇਹਦਾ ਫਾਇਦਾ ਕੀ ਹੈ ਕਿ ਜਿਵੇਂ ਲੈਂਦੇ ਹੋ ਉੱਦਾਂ ਹੀ ਐਕਸਕ੍ਰੀਟ ਹੋ ਜਾਂਦੀ ਹੈ. ਇਟ ਇਜ਼ ਐਕਸਕ੍ਰੀਟਡ ਫਰਮ ਦੀ ਬੋਡੀ ਇਨ ਦੀ ਯੂਰਿਨ ਅਨਚੇਂਜ. ਦੈਟ ਮੀਨਸ ਇਹਦਾ ਕੋਈ ਇਹ ਹਾਰਮਲੈਸ, ਇਹਦਾ ਕੋਈ ਇਫੈਕਟ ਨਹੀਂ, ਸਿਰਫ ਟੇਸਟ ਵਾਸਤੇ ਹੈ ਇਹ. ਇਟ ਅਪੀਅਰਸ ਟੂ ਬੀ ਇੰਟਾਇਰਲੀ ਇਨਰਟ ਐਂਡ ਹਾਰਮਲੈਸ ਵੈਨ ਟੇਕਨ. Its use is of great value to diabetic persons and the people who need to control calorie intake. Right? ਜਿਹੜੇ ਮੋਟੇ ਨੇ ਉਹ ਜਾਂ ਸ਼ੂਗਰ ਨਹੀਂ ਖਾਣਾ ਚਾਹੁੰਦੇ, obese ਨੇ, so they use this for taste because ਇਹ body ਤੇ ਜਾ ਕੇ ਕੋਈ ਹਾਰਮ ਨਹੀਂ ਕਰਦੀ. ਜਿਵੇਂ ਲਿਆ ਟੇਸਟ ਬਸ ਉੱਦਾਂ ਹੀ ਯੂਰਿਨ ਦੇ ਵਿੱਚ ਪਾਸ ਆਊਟ ਹੋ ਜਾਂਦੀ ਹੈ. This is the structure of saccharin. It has a bitter or metallic after taste, especially it high, यानी कि जो खा लेने आफ्टर टेस्ट जो है ना थोड़ा जा बिटर जा है. राइट? ये मतलब ये है if it is used at higher concentration because already 550 times more sweet है. next अपने कोल हैगा जी, next artificial sweetener is the Elitame. Elitame is 2000 times more sweeter. ਇਹਦੀ ਸਵੀਟਨੈਸ ਕੈਨੋਟ ਬੀ ਕੰਟਰੋਲਡ. ਇਸ ਕਰਕੇ ਆਪਾਂ ਇਹਨਾਂ ਨੂੰ ਯੂਜ਼ ਨਹੀਂ ਕਰਦੇ ਬਿਕੋਜ਼ ਸਾਨੂੰ ਨਹੀਂ ਪਤਾ ਲੱਗਦਾ ਕਿ ਇਹ ਕਿੰਨਾ ਯੂਜ਼ ਕਰਨਾ ਹੈ. ਬਿਕੋਜ਼ ਇਹਦੀ ਵੱਧਦੀ ਜਾਂਦੀ ਹੈ ਸਵੀਟਨੈਸ, ਇਟ ਕੈਨੋਟ ਬੀ ਕੰਟਰੋਲ. ਬਟ ਇਟ ਇਜ਼ ਮੋਰ ਸਟੇਬਲ ਟੂ ਹੀਟ ਦੇ ਨਾਲ ਇਹ ਡੀਕੰਪੋਜ਼ ਨਹੀਂ ਹੁੰਦੀ. ਆ ਇਹਦਾ ਸਟਰਕਚਰ ਹੈ. ਐਸਪਾਰਟੇਮ ਹੈ ਨਾ ਜਿਹੜਾ ਐਸਪਾਰਟੇਮ, ਆਪਾਂ ਕਿਉਂ ਲਿਖਿਆ ਕਿ ਇਟ ਇਜ਼ ਮੋਰ ਸਟੇਬਲ ਟੂ ਹੀਟ ਦੈਨ ਐਸਪਾਰਟੇਮ ਜਿਹੜਾ ਐਲੀਟੇਮ ਹੈ? बिकॉज जो एस्पार्टेम है ना इट इज़ अनस्टेबल टू हीट.
therefore it can be used as a sugar substitute सिर्फ cold drinks ਤੇ foods ਦੇ ਵਿੱਚ। ਜੇ ਆਪਾਂ ਗਰਮ food ਦੇ ਵਿੱਚ use करना है then we have to use ਐਲੀਟੇਮ। ਐਲੀਟੇਮ ਦਾ ਬਟ ਨੁਕਸਾਨ ਕੀ ਹੈ ਕਿ ਇਹਦੀ ਸਵੀਟਨੈਸ ਕੰਟਰੋਲ ਨਹੀਂ ਕੀਤੀ ਜਾ ਸਕਦੀ। then there is another, ਇਹਨਾਂ ਦੇ structures ਹੈ, they have almost same structures till this, then ਇੱਥੇ ਥੋੜੀ ਜੀ substitution ਦਾ ਫਰਕ ਹੈ, right? so the next last ਆਪਣਾ ਹੈਗਾ sucralose, it is 600 times more sweeter। वैसे कि it is trichloro derivative of sucrose, very important, एक question आया सीगा, which out of the following is a trichloro derivative of sucrose, that is sucralose। it is stable at cooking temperature, so it can be used, right? last अपने कोल हैगे है जी, last हैगा जिहड़े एक हैगे अपने कोल cyclamates। the use of cyclamates as sweetening agents has been banned in many countries in view of suspected carcinogenic effects। so this was all about the chemicals in food, ਜਿਹਦੇ ਵਿੱਚ ਆਪਾਂ we have done about the food preservatives, ਜਿਹੜੇ ਕਿ food ਦੀ shelf life ਨੂੰ ਬਣਾਉਂਦੇ, ਉਹਨੂੰ ਖਰਾਬ ਨਹੀਂ ਹੋਣ ਦਿੰਦੇ from microorganisms। then ਆਪਾਂ ਕੀਤਾ ਰਾਜੇ antioxidants, ਜਿਹੜੇ ਕਿ oxygen ਤੋਂ ਬਚਾਉਂਦੇ ਨੇ। then artificial sweetening agents। so the last topic of this chapter is left, which is the cleansing agent, ਜਿਹਦੇ ਵਿੱਚ ਆਪਾਂ soaps and detergents ਬਾਰੇ ਗੱਲ ਕਰਾਂਗੇ। I hope today's lecture was effective।